कभी कभी किसी मसले के लिए ਅਸੀਂ बहुत लंबे समय तो प्रार्थना कर रहे हैं लेकिन वो प्रार्थना ਉਹਦੇ ਉੱਤੇ ਸਾਨੂੰ ਗੌਰ ਕਰਨੀ ਪੈਂਦੀ ਆ ਕਿ ਕੀ ਵਜ੍ਹਾ ਕੀ ਆ ਜਿਹੜੀ ਸਾਡੀ ਪ੍ਰਾਰਥਨਾ ਆ ਖੁਦਾ ਦੇ ਹਜ਼ੂਰ ਕਿਉਂ ਨਹੀਂ ਪਹੁੰਚ ਰਹੀ ਔਰ ਸਾਨੂੰ ਆਪਣੇ ਆਪ ਦੀ ਜਾਂਚ ਕਰਨੀ ਪੈਣੀ ਆ कि ਜਿਹੜੀ ਸਾਡੀ ਪ੍ਰਾਰਥਨਾ ਖੁਦਾ ਦੇ ਹਜ਼ੂਰ ਕਿਉਂ ਨਹੀਂ ਪਹੁੰਚ ਰਹੀ ਉਹਨਾਂ ਨੂੰ ਚਾਹੀਦੀ ਹੈ ਔਰ ਸਾਡੇ ਮਨ ਦੇ ਅੰਦਰ ਕੋਈ ਇਹੋ ਜਿਹਾ ਦੂਜਾ ਪਾਪ ਤਾਂ ਨਹੀਂ ਜਿਹਦਾ ਕਰਕੇ ਸਾਡੀ ਪ੍ਰਾਰਥਨਾ ਰੁਕੀ ਹੋਈ ਆ ਅੱਜ ਅਸੀਂ ਇਹਨਾਂ ਪਹਿਲੂਆਂ ਦੇ ਉੱਤੇ ਕੁਝ ਗੌਰ ਕਰਾਂਗੇ ਔਰ ਮੈਂ ਚਾਹੁੰਦਾ ਕਿ भजन संहिता 4 का आपकी 18 है पढ़िए। यही पर मैं अनर्थ की बातें सोचता तो प्रभु मेरी ना सुनता। यदि अगर मेरे मन में कोई बुराई होती तो खुदा मेरी ना सुनता अगर मेरे मन में कोई बुराई होती तो खुदा मेरी ना सुनता। जे मैं अपने मन में बदी रखदा जे अगर मेरे मन के अंदर कोई बदी होंदी तो प्रभु मेरी ना सुनता तो प्रभु मेरी ना सुनता। मेरे जो कभी कभी ਅਸੀਂ ਪਤਾ ਨਹੀਂ ਕਿੰਨੇ ਚੂਜੇ ਰੱਖਦੇ ਨੇ ਕਿੰਨੀਆਂ ਦੁਆਵਾਂ ਕਰਦੇ ਆ ਕਦੀ ਇਸ ਪਾਸੇ ਪਾਉਂਦੇ ਕਦੀ ਉਸ ਪਾਸੇ ਪਾਉਂਦੇ ਕਦੀ ਕਿਤੇ ਜਾਂਦੇ ਲੇਕਿਨ ਕੋਈ ਕੰਮ ਸਾਡੇ ਕੰਮ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਔਰ ਜਦ ਤੱਕ ਖੁਦਾ ਦਾ ਪਾਕ ਵਚਨ ਇਹ ਕਹਿ ਰਿਹਾ जोशुआ 5:8 है कि व्यवस्था की पोथी तेरे मुंह तो कभी बंद ना होवे जो कुछ तुसी करोगे सफल होगा। तो मेरे जो सानू आज जरूरत है कि बजाय कि असं इधर उधर जाके प्रार्थनावां कराइए बजाय कि असं एवं ही अपना समा खराब कर जाइए सानू जरूरत है कि असं अपने आप को जांचिए जिस तरह पास्टर जी ने प्रार्थना की तो शुरू किया कि खुदा असीं अपने आप की जांच करिए आज सानू जरूरत है कि असीं अपने आप की जांच करिए और असीं देखने कि साडे अंदर किहड़ा इहो जिहा गुंजा पाप आ जिहड़ा साडी प्रार्थना नूं रोकदा है जिहड़ा साडी कामयाबी नूं रोकदा है कोई इहो जिहा गुंजा पाप है जिहड़ा सानू साडी मंजिल तक पहुंचण नहीं दिंदा कोई इहो जिहा पाप है जिहड़ा सानू साडे इम्तिहानां दे विचों पास नहीं होण दिंदा कोई इहो जिहा साडे अंदर गुंजा पाप है जिहड़ा सानू साडी बीमारी तो शिफा नहीं होण दिंदा कोई इहो जिहा साडे अंदर इहो जिहा गुंजा पाप है जिहड़ा साडी बीमारी नूं रोकदा है जिहड़ा साडी गरीबी नूं रोकदा है जिहड़ा साडी दुख नूं संकट नूं बीमारी नूं जिहने रोकिया होया है कोई ना कोई साडे अंदर इहो जिहा गुंजा पाप है। तो मेरे जो अज असीं इन्हां गुंजे पापां दे उत्ते गौर करांगे और मैं खुदा दे पाक नाम दे विचों तुहानूं 7 तरह दे गुंजे पाप दसूंगा और 6 तरह का दसांगा सतवां वो साडे अपने आप के लिए है। और मैं चाहूँगा कि उत्पत्ति की पुस्तक 31 बाब की 19 है ये पहला दूजा पाप है राखेल का। हाँ जी उत्पत्ति की पुस्तक 31 बाब की 19 है। लबान बाहर अपना भेडां दी उन कतरन ने गया होया सी ਅਤੇ ਰਾਖੇਲ ਆਪਣੇ ਪਿਤਾ ਦੇ ਘਰੇਲੂ ਪੁੱਤਾਂ ਨੂੰ ਚਰਾ ਕੇ ਲੈ ਗਈ। ਮੇਰੇ ਜਦੋਂ ਲਬਾਨ ਜਿਹੜਾ ਸੀਗਾ ਯਾਕੂਬ ਦਾ ਮਾਮਾ ਸੀ ਔਰ ਉਹਦਾ ਸਹੁਰਾ ਸੀ ਉਹ ਰਾਖੇਲ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਲੇਕਿਨ ਉਹਨੂੰ ਯਾਕੂਬ ਨੇ ਕਿਹਾ ਕਿ ਮੇਰੀ ਵੱਡੀ ਲੜਕੀ ਜਿਹੜੀ ਲੀਆ ਆ ਪਹਿਲਾਂ ਤੂੰ ਉਹਦੇ ਨਾਲ ਸ਼ਾਦੀ ਕਰ ਔਰ ਉਹਨੇ ਉਹਦੇ 7 ਸਾਲ ਉਹਦੀਆਂ ਭੇਟਾਂ ਦਿੱਤੀਆਂ। ਉਸ ਤੋਂ ਬਾਅਦ 7 ਸਾਲ ਬਾਅਦ ਉਹਨੇ ਫਿਰ ਰਾਖੇਲ ਦੇ ਲਈ ਭੇਡਾਂ ਹੋਰ ਚਰਾਈਆਂ ਔਰ ਜਦੋਂ ਉਹਨਾਂ ਨੂੰ ਫਿਰ ਵੀ ਉਹ ਛੁੱਟੀ ਨਹੀਂ ਸੀ ਦੇ ਰਿਹਾ ਤਾਂ ਉਹਨਾਂ ਨੇ ਸੋਚਿਆ ਵੀ ਲਬਾਨ ਹੁਣ ਕਿਸੇ ਕੰਮ ਲਈ ਗਿਆ ਹੋਇਆ ਤਾਂ ਅਸੀਂ ਉਹਨੇ ਕਈ ਵਾਰ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਘਰ ਤੋਂ ਹੁਣ ਵਿਦਿਆ ਕਰਤਾ ਅੱਜ ਮੈਂ ਆਪਣੇ ਬਾਪ ਦੇ ਘਰ ਵਾਪਸ ਜਾਵਾਂ ਪਰ ਉਹ ਉਹਨਾਂ ਨੂੰ ਵਾਪਸ ਜਾਣ ਨਹੀਂ ਸੀ ਦੇ ਰਿਹਾ ਔਰ ਉਹ ਕਿਤੇ ਕੰਮ ਲਈ ਗਿਆ ਪਿਆ ਸੀ। ਉਹਨਾਂ ਨੇ ਫੈਸਲਾ ਕੀਤਾ ਔਰ ਰਾਖੇਲ ਜਿਹੜੀ ਆ ਉਹ ਆਪਣੇ ਨਾਲ ਉੱਥੇ ਦੇ ਘਰੇਲੂ ਪੁੱਤਾਂ ਨੂੰ ਲੈ ਜਿਹਦਾ ਯਾਕੂਬ ਨੂੰ ਨਹੀਂ ਸੀ ਪਤਾ और ਇਹਦੀ ਸਜ਼ਾ ਉਹਨੂੰ ਕੀ ਮਿਲੀ ਆ ਕਿ ਰਾਖੇਲ ਜਿਹੜੀ ਆ ਉਹ ਬਹੁਤ ਜਲਦੀ ਆਪਣੀ ਜ਼ਿੰਦਗੀ ਦੇ ਦਿਨ ਨਹੀਂ ਦੇਖ ਸਕੀ ਬਹੁਤ ਜਲਦੀ ਇਸ ਦੁਨੀਆ ਤੋਂ ਕੁਛ ਕਰ ਗਈ और उनके सिर्फ 2 ही बच्चे हुए, बिन्यामीन और यूसुफ। जबकि जी लिया सी
ਅੱਖਾਂ ਤੋਂ ਚੁੰਨੀ ਸੀਗੀ, ਲੇਕਿਨ ਉਹਦੇ 6 ਬੱਚੇ ਹੋਏ, ਖੁਦਾ ਨੇ ਉਹਨੂੰ ਵਾਧੂ ਬਰਕਤ ਦਿੱਤੀ। ਔਰ ਜਿਹੜਾ ਉਹਦਾ ਪਹਿਲਾ ਬੱਚਾ ਸੀਗਾ ਯਹੂਦਾ ਉਹਦਾ ਸੀਗਾ ਲੀਆ ਦਾ, ਔਰ ਉਹਦੇ ਵਿੱਚੋਂ ਯਿਸੂ ਮਸੀਹ ਦੀ ਅੰਸ਼ ਪੈਦਾ ਹੋਈ ਆ। ਔਰ ਮੇਰੇ ਉਸ ਤੋਂ ਜਿੱਦਾਂ ਆਪਾਂ ਪ੍ਰਕਾਸ਼ਿਤ ਵਾਕਿਆ ਸ਼ਿਫਾਬ ਵਿੱਚ ਪੜ੍ਹਦੇ ਆ, ਉਹ ਕਹਿੰਦੇ ਯਹੂਦਾ ਦਾ ਬੱਬਰ ਸ਼ੇਰ, ਉਸ ਯਹੂਦਾ ਦਾ ਕਰਕੇ ਉਹਨੂੰ ਯਹੂਦਾ ਗੋਤਰ ਦਾ ਕਰਕੇ ਉਹਨੂੰ ਯਹੂਦਾ ਦਾ ਬੱਬਰ ਸ਼ੇਰ ਕਿਹਾ ਗਿਆ। ਔਰ ਜਦੋਂ ਆਪਾਂ 35 ਬਾਬ ਇਸ ਦੀ ਉਤਪਤੀ ਦੀ 35 ਬਾਬ ਦੇ 1 ਤੋਂ 5 ਪੜ੍ਹਦੇ ਆ, ਇਹਦੇ ਵਿੱਚ ਵੀ ਸਾਨੂੰ ਕੋਈ ਨਾ ਕੋਈ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ। ਹਾਂਜੀ ਪੜ੍ਹੋ ਜੀ। ਤਾਂ ਪਰਮੇਸ਼ਰ ਨੇ ਯਾਕੂਬ ਨੂੰ ਆਖਿਆ, ਪਰਮੇਸ਼ਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤੇਲ ਨੂੰ ਤਾਂ ਜਾ। ਉੱਠ ਅਤੇ ਬੈਤੇਲ ਨੂੰ ਤਾਂ ਜਾ। ਬੈਤੇਲ ਜਿਹੜਾ ਇੱਕ ਬਹੁਤ ਬਲੈਸਿੰਗ ਦਾ, ਜਿਹਨੂੰ ਰੋਟੀ ਦਾ ਘਰ ਕਿਹਾ ਜਾਂਦਾ ਹੈ, ਉਹ ਦੇਸ਼ ਆ। ਹਾਂਜੀ। ਅਤੇ ਉੱਥੇ ਟਿਕ, ਉੱਥੇ ਜਾ ਕੇ ਟਿਕ ਜਾ। ਅਤੇ ਉੱਥੇ ਪਰਮੇਸ਼ਰ ਲਈ ਜਿਸ ਤੈਨੂੰ ਉਸ ਵੇਲੇ ਵਿਖਾਈ ਦਿੱਤੀ ਸੀ, ਜਦ ਤੂੰ ਆਪਣੇ ਭਰਾ ਏਸਾਓ ਵੱਲੋਂ ਭੱਜਾ ਸੀ, ਇੱਕ ਜਗਵੇਦੀ ਬਣਾ। ਹਾਂਜੀ, ਕਹਿੰਦਾ ਜੋ ਤੂੰ ਆਪਣੇ ਭਰਾ ਜਗਵੇਦੀ ਏਸਾਓ ਦੇ ਮੂਹਰੇ ਭੱਜਾ ਸੀ, ਉਹ ਤੋਂ ਡਰਦਾ, ਤੇ ਖੁਦਾ ਨੇ ਤੇਰੀ ਉੱਥੇ ਮਦਦ ਕੀਤੀ, ਤੈਨੂੰ ਦਰਸ਼ਨ ਦਿੱਤਾ ਸੀ। ਉਹਦੇ ਜਾ ਕੇ ਹੁਣ ਕਹਿੰਦਾ ਤੂੰ ਇੱਕ ਜਗਵੇਦੀ ਬਣਾ। ਹਾਂਜੀ, ਪਰ ਉਹਨੇ ਕੰਡੀਸ਼ਨ ਰੱਖੀ। ਹਾਂਜੀ। ਤਾਂ ਯਾਕੂਬ ਨੇ ਆਪਣੇ ਘਰਾਣੇ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਆਖਿਆ, ਯਾਕੂਬ ਨੇ ਆਪਣੇ ਸਾਰੇ ਘਰਾਣੇ ਨੂੰ ਔਰ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, ਤੁਸੀਂ ਪਰਾਏ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਬਾਹਰ ਸੁੱਟ ਦਿਓ। ਜਿਹੜੇ ਕਹਿੰਦਾ ਪਰਾਏ ਦੇਵਤਿਆਂ ਉਹਨਾਂ ਸਾਰਿਆਂ ਨੂੰ ਤੁਸੀਂ ਬਾਹਰ ਸੁੱਟ ਦਿਓ, ਅਤੇ ਪਵਿੱਤਰ ਹੋਵੋ, ਅਤੇ ਪਵਿੱਤਰ ਹੋਵੋ, ਅਤੇ ਆਪਣੇ ਵਸਤਰ ਬਦਲ ਲਓ। ਆਪਣੇ ਵਸਤਰ ਬਦਲ ਲਵੋ। ਮੇਰੇ ਸਿੱਧੋ ਇਹ ਉਹ ਵਸਤਰ ਆ ਜਿਹੜੇ ਬਾਗੇਤਨ ਦੇ ਵਿੱਚ ਆਦਮ ਔਰ ਹਵਾ ਨੂੰ ਪਵਿੱਤਰ ਆਤਮਾ ਦੇ ਵਸਤਰ ਦਿੱਤੇ ਗਏ ਸੀ, ਲੇਕਿਨ ਜਦੋਂ ਉਹਨਾਂ ਨੂੰ ਗੁਨਾਹ ਕਰ ਲਿਆ ਤਾਂ ਉਹ ਜਿਹੜੇ ਵਸਤਰ ਸੀਗੇ ਉਹਨਾਂ ਤੋਂ ਲੈ ਗਏ। ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਅਸੀਂ ਨੰਗੇ ਆ। ਔਰ ਉਹ ਹਵਾ ਪਰਮੇਸ਼ਰ ਨੇ ਪੁੱਛਿਆ ਤੁਹਾਨੂੰ ਕਿੱਦਾਂ ਪਤਾ? ਉਹ ਕਹਿੰਦੇ ਵੀ ਸਾਡੇ ਜਿਹੜੇ ਆਤਮਿਕ ਵਸਤਰ ਆ ਉਹ ਲੱਗ ਚੁੱਕੇ ਆ। ਔਰ ਮੇਰੇ ਸਿੱਧੋ ਜਦੋਂ ਆਪਾਂ ਪ੍ਰਕਾਸ਼ਿਤ ਵਾਕਿਆ 3 ਬਾਬ ਦੀ 17 ਤੋਂ 19 ਪੜ੍ਹਦੇ ਆ, ਉਹ ਕਹਿੰਦਾ ਕਿ ਤੂੰ ਮੇਰੇ ਤੋਂ ਅੱਜ ਤਾਇਆ ਹੋਇਆ ਸੋਨਾ ਲੈ ਲਾ ਤਾਂ ਜੋ ਤੂੰ ਧਨਵਾਨ ਹੋ ਜਾਵੇਂ, ਔਰ ਮੇਰੇ ਕੋਲੋਂ ਤੂੰ ਚਿੱਟੇ ਵਸਤਰ ਲੈ ਲਾ ਤਾਂ ਜੋ ਤੇਰੀ ਜਿਹੜੇ ਆ ਤੇ ਪਾਪ ਦੇ ਵਸਤਰ ਲੱਭ ਜਾਣ, ਔਰ ਤੇਰੀ ਰੱਜਾ ਜਿਹੜੀ ਆ ਢੱਕੀ ਜਾਵੇ, ਔਰ ਅੱਖੀਆਂ 'ਚ ਪਾਉਣ ਵਾਲਾ ਮੇਰੇ ਕੋਲੋਂ ਸੁਰਮਾ ਲੈ ਲਾ ਤਾਂ ਜੋ ਤੂੰ ਸੁਜਾਖਾ ਹੋ ਜਾਵੇਂ। ਮੇਰੇ ਸਿੱਧੋ ਇਹ ਉਹ ਵਸਤਰ ਆ। ਹਾਂਜੀ। ਅਤੇ ਅਸੀਂ ਉੱਠ ਕੇ ਬੈਤੇਲ ਨੂੰ ਚੜੀਏ, ਅਸੀਂ ਉੱਠ ਕੇ ਬੈਤੇਲ ਨੂੰ ਚੜੀਏ, ਅਤੇ ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ਰ ਦੇ ਲਈ ਬਣਾਵਾਂਗਾ, ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ਰ ਦੀ ਬਣਾਵਾਂਗਾ, ਜਿਸ ਮੇਰੀ ਬਿਪਤਾ ਦੇ ਦਿਨ ਜਿਸ ਉੱਤਰ ਤੇ ਦਿੱਤਾ। ਜਦੋਂ ਯਹੋਵਾ ਪਰਮੇਸ਼ਰ ਨੇ ਮੇਰੇ ਬਿਪਤਾ ਦੇ ਦਿਨਾਂ ਦੇ ਵਿੱਚ ਮੇਰੇ ਉੱਤਰ ਦਿੱਤਾ ਹੈ। ਮੇਰੇ ਜਦੋਂ ਕਹਿਣ ਦਾ ਮਤਲਬ ਆ ਕਿ ਜਦੋਂ ਤੱਕ ਉਹਨਾਂ ਨੇ ਉੱਥੋਂ ਘਰੇਲੂ ਪੁੱਤਾਂ ਦਾ ਮਤਲਬ ਜਿਹੜਾ ਉਹਦੇ ਅੰਦਰ ਗੁੱਚਾ ਪਾਪ ਸੀਗਾ ਰਾਖਲ ਦੇ ਅੰਦਰ ਜਾਂ ਹੋਰਾਂ ਲੋਕਾਂ ਦੇ ਅੰਦਰ, ਉਹਨਾਂ ਨੇ ਉਹ ਪਰਾਏ ਦੇਵਤਿਆਂ ਨੂੰ ਸੁੱਟ ਕੇ ਜ਼ਮੀਨ ਦੇ ਅੰਦਰ ਦਫਨ ਨਹੀਂ ਕਰ ਦਿੱਤਾ, ਉਨੀ ਦੇਰ ਤੱਕ ਖੁਦਾ ਨੇ ਪ੍ਰਭੂ ਯਹੋਵਾ ਪਰਮੇਸ਼ਰ ਨੇ ਯਾਕੂਬ ਨੂੰ ਦਰਸ਼ਨ ਨਹੀਂ ਦਿੱਤਾ। ਹਾਂਜੀ। ਅਤੇ ਜਿਸ ਰਸਤੇ ਤੇ ਮੈਂ ਚੱਲਦਾ ਸਾਂ, ਜਿਸ ਰਸਤੇ ਤੋਂ ਮੈਂ ਚੱਲਦਾ ਸੀ, ਮੇਰੇ ਨਾਲ ਰਿਹਾ। ਉਹ ਮੇਰੇ ਨਾਲ ਰਿਹਾ। ਤਾਂ ਉਹਨਾਂ ਨੇ ਸਾਰੇ ਪਰਾਏ ਦੇਵਤੇ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਸਨ, ਜਿਹੜੇ ਪਰਾਏ ਦੇਵਤੇ ਮਤਲਬ ਜਿਹੜੇ ਬੁੱਤ ਸੀ ਉਹਨਾਂ ਦੇ ਹੱਥਾਂ ਵਿੱਚ ਪਰਾਏ ਦੇਵਤਿਆਂ ਦੇ ਅਤੇ ਕੰਨਾਂ ਦੇ ਮੁੰਦਰੇ ਕੰਨਾਂ ਦੇ ਮੁੰਦਰੇ ਵੀ ਯਾਕੂਬ ਨੂੰ ਦੇ ਦਿੱਤੇ। ਯਾਕੂਬ ਨੂੰ ਦੇ ਦਿੱਤੇ। ਤਾਂ ਯਾਕੂਬ ਨੇ ਉਹਨਾਂ ਨੂੰ ਬਲੂਤ ਦੇ ਰੁੱਖ ਹੇਠ ਜਿਹੜਾ ਸ਼ਕਮ ਦੇ ਨੇੜੇ ਸੀ ਟੁਕੋ ਦਿੱਤਾ। ਉਹਨਾਂ ਨੇ ਜ਼ਮੀਨ ਦੇ ਥੱਲੇ ਸਾਰੇ ਬੁੱਤਾਂ ਨੂੰ ਔਰ ਜਿਹੜੇ ਉਹਨਾਂ ਨੇ ਕੰਨਾਂ 'ਚ ਪਾਇਆ ਸੀ ਉਹ ਸਾਰੇ ਕੁਝ ਉਹਨਾਂ ਨੇ ਜ਼ਮੀਨ ਦੇ ਵਿੱਚ ਦਫਨ ਕਰ ਦਿੱਤਾ ਹੈ। ਮੇਰੇ ਅਜ਼ੀਜ਼ੋ, ਅੱਜ ਅਸੀਂ ਜੇਕਰ ਸਾਡੇ ਅੰਦਰ ਕੋਈ ਦੂਜਾ ਪਾਪ ਹੈ ਤਾਂ ਉਹਨੂੰ ਅਸੀਂ ਖੁਦਾ ਦੇ ਕੋਲੋਂ ਮਾਫੀ ਮੰਗਣੀ ਹੈ, ਔਰ ਉਸ ਦੂਜੇ ਪਾਪ ਤੋਂ ਅਸੀਂ ਖੁਦਾ ਕੋਲੋਂ ਮਾਫੀ ਮੰਗਣੀ ਹੈ ਤਾਂ ਜੋ ਜਿਹੜੀ ਸਾਡੀ ਪ੍ਰਾਰਥਨਾ ਰੁਕੀ ਪਈ ਆ ਉਹ ਖੁਦਾ ਦੇ ਹਜ਼ੂਰ ਪਹੁੰਚ ਸਕੇ। ਔਰ ਮੇਰੇ ਅਜ਼ੀਜ਼ੋ, ਦੂਸਰਾ ਦੂਜਾ ਪਾਪ ਹੈ ਜਿਹੜਾ ਉਹ ਹੈਗਾ ਦਾਊਦ ਦਾ। ਜਦੋਂ ਆਪਾਂ ਪਹਿਲਾ ਸੈਮੂਅਲ 11 ਬਾਬ ਪੜ੍ਹਦੇ ਹਾਂ ਤਾਂ ਉੱਥੇ ਕੀ ਦੇਖਦੇ ਹਾਂ ਕਿ ਦਾਊਦ ਇੱਕ ਇਸਤਰੀ ਆ ਹਿੱਤੀਉਰੀਆ, ਉਹਨੂੰ ਗਲਤ ਨਜ਼ਰ ਨਾਲ ਦੇਖ ਲੈਂਦਾ ਹੈ, ਔਰ ਦੇਖ ਲੈਂਦਾ ਤਾਂ ਉਹਦੇ ਮਨ ਦੇ ਅੰਦਰ ਗਲਤ ਅਭਿਲਾਸ਼ਾਵਾਂ ਪੈਦਾ ਹੋ ਜਾਂਦੀਆਂ ਹਨ, ਔਰ ਉਹਦੇ ਘਰ ਵਾਲੇ ਨੂੰ ਬੁਲਾਉਂਦਾ ਹੈ ਔਰ ਉਹਨੂੰ ਕਹਿੰਦਾ ਕਿ ਇਹਨੂੰ ਫੌਜ ਦੇ ਵਿੱਚ ਅੱਗੇ ਜਾ ਕੇ ਸੈਨਾਪਤੀ ਨੂੰ ਇਹਨੂੰ ਅੱਗੇ ਭੇਜ ਦਿਓ ਤਾਂ ਜੋ ਜਿੱਥੇ ਜਾਲ ਲੜਾਈ ਕੀਤੀ ਆ ਉੱਥੇ ਇਹਦੀ ਮੌਤ ਹੋ ਜਾਵੇ। ਪਹਿਲਾਂ ਦੇਖੋ ਅੱਖਾਂ ਦੇ ਨਾਲ ਉਹਨੇ ਗੁਨਾਹ ਕੀਤਾ, ਜਿਹੜੀ ਉਹਦੀ ਔਰਤ ਸੀਗੀ ਉਹਦਾ ਜ਼ਬਰ ਜਨਾਹ ਕਰ ਲਿਆ, ਔਰ ਉਹਦੇ ਜਿਹੜੇ ਪਤੀ ਨੂੰ ਹਿੱਤੀਉਰੀਆ ਨੂੰ ਉਹਨੂੰ ਉੱਥੇ ਭੇਜ ਦਿੱਤਾ ਔਰ ਉਹਦਾ ਕਤਲ ਹੋ ਗਿਆ। ਮਤਲਬ ਇੱਕ ਦੂਜੇ ਪਾਪ ਦੇ ਨਾਲ ਉਹਦੇ ਪਤੀ ਦਾ ਵੀ ਕਤਲ ਹੋ ਜਾਂਦਾ ਹੈ। ਔਰ ਮੇਰੇ ਸਿੱਧੋ ਔਰ ਇਹਦੀ ਸਜ਼ਾ ਯਹੋਵਾ ਪਰਮੇਸ਼ਰ ਨੇ ਦਾਊਦ ਨੂੰ ਦਿੱਤੀ। ਉਹਨੇ ਕਿਹਾ ਤੂੰ ਮੇਰਾ ਘਰ ਨਹੀਂ ਬਣਾਏਗਾ, ਤੇਰਾ ਲੜਕਾ
सुलेमान बादशाह मेरा घर बनाएगा। और मेरे दोस्तों सारी स्टोरी को आप पहला सैम्यूअल 11 बाब की 3 ਤੋਂ ਲੈ ਕੇ 14 15 27 तक सारे पढ़ सकते हैं, तुम घर जाके भी इन पढ़ सकते हैं। और ये भी एक दूजा पाप सीगा। और तीसरा है कि एक एमनोन है दाऊद का लड़का। और जो बहुत सारी गल्लां जो पढ़ने वाली नहीं है आप वैसे ही दस सकते हैं, तुम आप पढ़ के जाके। और इतने की देखते हैं कि दूसरा सैमुअल 13 बाब 6 ਤੋਂ 15 ਦੇ ਵਿੱਚ स्टोरी पढ़ते हैं कि एमनोन है जोड़ा वो अबशालोम की एक भैन है, उसकी होर माता तो अबशालोम का भरा है, एमनोन का दाऊद का लड़का है और उसकी मामा के फर्ज है। और उन्हें भी अबशालोम की भैन इधर भी भैन लग गई, वो जबर जनाह कर लिया। और वो की होया कि उन्होंने भी ਵਿੱਚੋਂ ਕਾਰਨ ਕੀ ਸੀਗਾ ਕਿ ਜਦ ਕਹਿੰਦਾ ਦਾਊਦ ਨੂੰ ਤੂੰ ਇਹ ਕੰਮ ਕੀਤਾ ਤਾਂ ਤੇਰੇ ਆਪਣੇ ਘਰ ਦੇ ਵਿੱਚ ਵੀ ਐਸੇ ਤਰ੍ਹਾਂ ਹੀ ਹੋਵੇਗਾ। ਔਰ ਮੇਰੇ ਅਜ਼ੀਜ਼ੋ ਉਹਦਾ ਕਰਕੇ ਜਿਹੜਾ ਦਾਊਦ ਆ ਖੁਦਾ ਦੇ ਅੱਗੇ ਅੰਸ਼ ਪਾਉਂਦਾ ਰਿਹਾ ਔਰ ਆਪਣਾ ਬਿਸਤਰ ਜਿਹੜਾ ਅੰਸ਼ਾਂ ਦੇ ਨਾਲ ਭਰ ਦਿੰਦਾ ਸੀਗਾ। ਔਰ ਇੰਨੇ ਕੁ ਖੁਦਾ ਦੇ ਅੱਗੇ ਉਹਨੂੰ ਦਹਾਈਆਂ ਦਿੱਤੀਆਂ ਵੀ ਹੇ ਮੇਰੇ ਖੁਦਾ ਆਪਣਾ ਆਪ ਤੋਂ ਵਾਪਸ ਨਾ ਲੈ और मैनू नवे सिरों अपना स्थिर आत्मा मेरे अंदर भेज दे। और आंसुओं के नाल बहा के सारी रात दाऊद आंसुओं के नाल प्रार्थना करता से बिस्तर उधर भेज जाता था। इन्ने आंसू किसी ने नहीं बहाए जिन्ने दाऊद ने बहाया। और इस वजह के नाल ही उन्होंने फिर माफ़ी मिली सी और उसकी जी रात होती है वो अज तक कायम है। और उसकी भैन का नाम तमार सीगा और भरा का नाम एमनोन सीगा। ये सारी स्टोरी जिन्होंने पढ़नी है दूसरा सैमुअल 13 बाब 6 ਤੋਂ 15 तक पढ़ सकते हैं। और एक चौथा पॉइंट आ अकाल का पाप। अकाल बारे तुम सारे जानते होने जो आप जोशुआ की पुस्तक पढ़ते हैं 7 बाब के जो इन्होंने यरीहो की दीवार को जित लिया जोशुआ ने और वो कहता कि सारा कुछ उसका लेना पर उत्थे दी कोई प्रीत की चीज़ा मर्जियां वाली चीज़ा तुम नहीं लैके आउणियां। और ये जोड़ा अकाल सीगा ਇਹਦੇ ਮਨ ਦੇ ਅੰਦਰ ਇੱਕ ਬਹੁਤ ਵੱਡੀ ਬਦੀ ਆ ਗਈ, ਪਾਪ ਆ ਗਿਆ, ਲਾਲਚ ਆ ਗਿਆ। ਔਰ ਇਹ ਉੱਥੋਂ ਇੱਕ ਸੋਨੇ ਦੀ ਇੱਕ ਕੁਛ ਚਾਂਦੀ ਕੁਛ ਹੋਰ ਕੀਮਤੀ ਸਮਾਨ ਲਿਆ ਔਰ ਇਹਨਾਂ ਨੇ ਆਣ ਕੇ ਆਪਣੇ ਟੈਂਟ ਦੇ ਲਾਗੇ ਦੱਬ ਲਿਆ ਜ਼ਮੀਨ ਦੇ ਅੰਦਰ। ਅਕਾਲ ਨੇ ਦੱਬ ਲਿਆ ਔਰ ਤੁਸੀਂ ਜੋਸ਼ੂਆ 7 ਬਾਬ ਦੇ ਵਿੱਚ ਪੜ੍ਹ ਸਕਦੇ ਆ। ਔਰ ਫਿਰ ਉੱਥੇ ਕੀ ਹੋਇਆ कि जोशुआ ने खुदा ने कहा कि उस देश को एक देश है ਉਹਦਾ नाम भी मैं ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ, ਤੁਸੀਂ ਇਹ ਤੋਂ ਜਿੱਤ ਪ੍ਰਾਪਤ ਕਰੋਗੇ। ਪਰ ਜਦੋਂ 30,000 ਫੌਜਾਂ ਗਈਆਂ ਉਹਨਾਂ ਦੇ ਵਿੱਚੋਂ 36 ਬੰਦੇ ਜਿਹੜੇ ਇਸਰਾਇਲ ਕੌਮ ਦੇ ਮਰ ਗਏ। ਔਰ ਯਹੋਸ਼ੂਆ ਨਬੀ ਨੇ ਆਪਣੇ ਬਸਤਰ ਪਾੜ ਲਏ ਵੀ ਇਹ ਮੇਰੇ ਖੁਦਾ ਇਹ ਮੇਰੇ ਨਾਲ ਕੀ ਹੋਇਆ। ਔਰ ਖੁਦਾ ਨੇ ਉਹਨੂੰ ਦੱਸਿਆ ਕਿ ਤੇਰੇ ਅੰਦਰ ਇੱਕ ਬੰਦਾ ਆ बिन्यामीन का पुत्र का अकान उसका नाम आया। और उन्हें उत्थे की मर्जी हुई इट और चांदी और कुछ होर चीज़ा उन्हें जमीन के थले नपी आई जबकि मैं तुहानू मना किया सी। इस वजह के नाल वो सारी जी जंग हार गए और 36 बंदे इसराइल कौम के जो यहोशुआ नबी के नाल सी वो मर गए। मेरे तो कहने का मतलब कि जो साडा सीक्रेट सिंह है दूजा पाप आ वो सानू इस तरह हार बार भी लैके जाता है। और जो फिर उन्होंने पता लग गया और फिर खुदा की आत्मा ने जोशुआ दसिया कि उत्थे फलानी जगह जो चीज़ा पई सारियां लियाओ पट के और उन्होंने लिया लभ के और वो सारी इसराइल कौम ने उन्होंने पत्थर कर करके मार अकाल ने तू खुदा के नाल क्यों झूठ बोलिया, खुदा के दास जोशुआ नबी के नाल क्यों झूठ बोलिया। और फिर 8 बाब के पढ़ते हैं फिर जोशुआ को खुदा का हुक्म आया कि जा हो तू उस देश को मैं तेरे हाथ में दे दिता है। और जोशुआ नबी सिर्फ एक वर्षा लैके इस तरह उत्थे खड़ा बैठ गया और जोड़ा भी उस सानू आई जाता वो आपे मर जाता था उत्थे मतलब एक अग लग गई यहोवा परमेश्वर वालों और सारे वो देखता है और वो सारे मर गए और उत्थे राजा भी मर गया और सारा जो यही देश सीगा वो जोशुआ के बस में हो गया है। और ये भी एक तरह का दूजा पाप सीगा। और मैं दूसरा दसना चाहना कि एक वो स्टोरी आप पढ़ते हैं दूसरा राजा 5 बाब 20 ਤੋਂ 27 है। ये देखते हैं कि एक नमाल कुड़ी है, नमाल कुड़ी अलीशा नबी के कोल जाता बहुत सारा समान लैके कि उन्होंने कोर्ट सीगा उस टाइम का चीफ ऑफ द आर्मी स्टाफ सीगा ते उन्होंने अलीशा नबी ने कहा कि तू इदा कर जाके जर्दन दरिया के 7 छुटियां मारना
पिछले दिनों से जिन्हें आप चर्चा में डिस्कस किया है, शायद पर चेता या नहीं चेता। और वो जो पहले तो बिटर गया, गुस्से च आ गया, वो असिस्टेंट ने उन्होंने कहा भी जनाब ये कोई बड़ी गल तो है नहीं भी आप इतने ही आए आ जर्दन दरिया भी जे कोई नबी आपको अलीशा नबी इस तो बड़ी गल दस दिंदा तो वो भी आप करनी सी। और वह जो मानिया वो मोह हो गया, क्योंकि खुदा ने पाक कलाम से लिखा तो पवित्र आत्मा की गवाही ने किया है वचन कभी खाली हाथ नहीं लौटता। और मेरे जो अलीशा नबी का मूँह के अंदरों शब्द निकले सी पवित्र आत्मा की भरपूरी के नाल, और उन्हें मान लिया, उसका दिल सॉफ्ट हो गया और उन्हें 7 चुपियां मार लिया। और 7 चुपियां मारन के नाल उसका जो शरीर से बिल्कुल हल्का एक बच्चे वर्गा हो गया और उसका जिसम जो एकदम नॉर्मल बच्चे वर्गा हो गया। और फिर अलीशा नबी के कोल वापस आया भी मैं तेरे बहुत सारा समान लै गया। अलीशा नबी ने कहा भी मैं खुदा तो सवा हो कभी किसी को कुछ नहीं मैं लेना, तू इदा कर अपने वापस चला जा। लेकिन वह जो चेला था गेहजी, वो अंदर एक मन के बहुत बड़ा लालच, बहुत बड़ा पाप और बहुत बड़ा एक दूजा पाप वो अंदर पैदा होया। वो कहता भी नबी को पता लगा भी इन्ना समान आ इनू जिदा वापस दिता जाए। वो उन्होंने मगर चल जाता कि अलीशा नबी जी ने जो समान भेंटा लैके आया वो दोबारा वापस मंगवा लिया है। उन्हें क्या कोई गल नहीं लै जा। और जो वो वापस आता है और अपने दोस्तों के कोलों पिछे ही समान छड्ड आउंदा, अलीशा नबी जी उन्होंने पुछदे आ कि हाँ जी तुसीं कित्थे जो जनाब तां इत्थे सीगा। उन्हें कहा भी मेरी अखा तेरे को दूर ने जो ये लालच वाली दुष्ट आत्मा तेरे अंदर आई। और उन्हें कहा वो जो कोड़ आ नमाण कोड़ी का वो कोड़ तेरे उत्ते पै जाए। और उन्होंने पीढ़ी अज तक भी वो चलता आता है। मेरे जो वह छोटा जहा दूजा पाप अज तक उन्होंने आने वाली पीढ़ियों को भी सजा दे रहा है। असं इन्होंने गल्लां सारियां का ध्यान रखना है कि असीं अपने आप को छोटे छोटे मामूली दूजे पापों को कितना बचाना है। और 6 नंबर के आप आवांगे सूला के करता 5 बाप की एक शेयर इतने चेलिया के नाल बहुत ज़्यादा कलीसिया फैलती जाती सी सूला के करतब के और पतरस के नाल इन्होंने सारी कलीसिया की अगवाई कर रहा सी। और लोग अपने घर का समान चेलिया के आन के पैरों में रख दिंदा सी और वो कलीसिया दिन पर दिन बढ़ती जाती सी। और हन्नानिया और सफीरा ने इन्हों के नाल वादा किया पतरस के नाल कि जे अगर साड़ी जमीन विक जाए तो असीं इहदा जिहड़ा दशमंध है वो तुहानूं खुदा दे हुक्मां दे देवांगे। और जो उन्होंने देखा भी यह दशमंध बहुत बन गया, हन्नानिया ने और सफीरा ने सलाह की कि उन्होंने किहड़ा पता आप थोड़ा जिहा दशमंध कर देंगे 5% दे देंगे 4% या 2% 3% दे देंगे, उन्होंने भी पता। और उस वेले पतरस को खुदा की आत्मा ने कहा इन्हों डांट हन्नानिया और सफीरा ने कहा कि तुसीं पवित्र आत्मा के नाल झूठ बोलने की कोशिश किद्दां कीती, तुसीं ये गल सोचिया ही क्यों कि असीं पवित्र आत्मा के नाल झूठ बोलांगे। और उन्हें कहा हुणे तेरे प्राण जाते रहेंगे। हन्नानिया पहलों मर गया और थोड़े समय बाद ही उसके घर वाली सफीरा वो भी मर गए। उसका कारण की कि उन्होंने अपने मन के अंदर एक इहो जिहा दूजा पाप पहलों खुदा दे नाल वाचा बन ली, बाद वाचा तो मुकर गए और दूजा पाप उन्होंने अंदर आ गया सीक्रेट से उन्हें उन्होंने गुमराह कर दिता और वही उन्होंने बरकत का कारण बनया। और जिस तरह आप कहेंगे कि जी उन्होंने जमीन जायदाद बेची सी वो भी उन्होंने बरतन का हुक्म नहीं होया, क्योंकि खुदा ने पाक कलाम से लिखा कि उच्चे महल बनाने सब इत्थे ही रह जाने। और मेरे जो जोड़ा प्राण असीं खुदा दे नाल करते हैं, जिहड़ी वाचा असीं खुदा दे नाल बंधते हैं, वो तो कभी भी अगे पिछे नहीं होना। जल्द तो जल्द जितनी भी जल्दी हो सकता उस वाचा को असीं पूरा करना है। और ये साढ़े 6 तरह के असीं दूजे पाप खुदा दे पाक कलाम दे विच देखे हैं। और 7वां जिहड़ा आ वो मेरे और तुहाडे लई मेरे तो बहुत समय तो असीं दुआवां करी जाते हैं, बड़े रोजे रखते हैं, बड़ा कुछ करते हैं, बड़ा समा ला दिता, चंदे भी दिते, बंदियां भी करा लिया, लेकिन असीं अपना जिहड़ा बेक आ साडा जमीर आ साडी अंतर आत्मा है ਉਹਦੀ ਵੱਲ कभी भी असीं सोचिया नहीं कि साडे अंदर एक इहो जिहा दूजा पाप है जिहड़ा साडी प्रार्थना नूं रोकदा है। साडे अंदर एक इहो जिहा पाप है जिहड़ा साडी दुआ खुदा दे हज़ूर नहीं जाण दिंदा, जिहड़ी साडे दुख नूं, संकट नूं, बीमारी नूं, गरीबी नूं,
ਔਰ ਕਰਜ਼ੇ ਨੂੰ ਉਹਨਾਂ ਤੋਂ ਸਾਡਾ ਛੁਟਕਾਰਾ ਨਹੀਂ ਹੋਣਾ। ਅੱਜ ਸਾਨੂੰ ਜ਼ਰੂਰਤ ਹੈ ਕਿ ਮੈਂ ਔਰ ਤੁਸੀਂ ਉਸ ਦੂਜੇ ਪਾਪ ਨੂੰ, ਉਸ ਸੀਕ੍ਰੇਟ ਸਿਨ ਨੂੰ ਜਾਂਚਣਾ ਹੈ ਕਿ ਇਹ ਖੁਦਾ, ਜਿਸ ਤਰ੍ਹਾਂ ਦਾਊਦ ਕਹਿੰਦਾ ਕਿ ਇਹ ਖੁਦਾ, ਜੇਕਰ ਮੇਰੇ ਮਨ ਦੇ ਅੰਦਰ ਕੋਈ ਬਦੀ ਹੁੰਦੀ ਤਾਂ ਤੂੰ ਮੇਰੀ ਨਾ ਸੁਣਦਾ। ਔਰ ਅੱਜ ਅਸੀਂ ਉਸ ਬਦੀ ਨੂੰ, ਮੈਂ ਨਹੀਂ ਕਹਿੰਦਾ ਤੁਸੀਂ ਕਿਸੇ ਨੂੰ ਦੱਸੋ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਜੇਕਰ ਤੁਹਾਡਾ ਕਿਸੇ ਦੇ ਨਾਲ ਵੀ, ਆਪਣੇ ਗੁਆਂਢੀ ਦੇ ਨਾਲ, ਆਪਣੇ ਦੋਸਤ ਦੇ ਨਾਲ, ਕਿਸੇ ਰਿਸ਼ਤੇਦਾਰ ਦੇ ਨਾਲ, ਕਿਸੇ ਹੋਰ ਅਜ਼ੀਜ਼ ਦੇ ਨਾਲ ਕੋਈ ਗੁੱਸਾ ਆ, ਗਿਲਾ ਆ, ਰੰਜਿਸ਼ ਆ, ਉਹਨੂੰ ਅਸੀਂ ਅੱਜ ਦੂਰ ਕਰਨਾ ਹੈ। ਕਿਉਂਕਿ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਕਿ ਜੇਕਰ ਪਤੀ ਪਤਨੀ ਦੇ ਮਨ ਦੇ ਅੰਦਰ ਕੋਈ ਗੁੱਸਾ, ਗਿਲਾ, ਰੰਜਿਸ਼ ਹੈ, ਸੂਰਜ ਢਲਣ ਤੋਂ ਪਹਿਲੋਂ ਇੱਕ ਦੂਸਰੇ ਨੂੰ ਮਾਫ ਕਰ ਦਿਓ, ਨਹੀਂ ਤਾਂ ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਰੁਕ ਜਾਣਗੀਆਂ। ਔਰ ਮੇਰੇ ਅਜ਼ੀਜ਼ੋ, ਖੁਦਾ ਦੇ ਪਾਕ ਕਲਾਮ ਮਤੀ ਸੂਰ ਦੀ ਕਿਤਾਬ 6 ਬਾਬ ਦੀ 12 ਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ, ਆਪਣੇ ਕਰਜ਼ਦਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਵੀ ਸਾਡੇ ਕਸੂਰ ਸਾਨੂੰ ਮਾਫ ਕਰਦਾ। ਔਰ ਮੇਰੇ ਜਦੋਂ ਉਨੀ ਦੇਰ ਤੱਕ ਸਾਡੇ ਕਸੂਰ ਸਾਨੂੰ ਮਾਫ ਨਹੀਂ ਹੋਣੇ, ਉਨੀ ਦੇਰ ਤੱਕ ਸਾਡੇ ਗੁਨਾਹ ਸਾਨੂੰ ਮਾਫ ਨਹੀਂ ਹੋਣੇ, ਜਦੋਂ ਤੱਕ ਅਸੀਂ ਦੂਸਰਿਆਂ ਨੂੰ ਮਾਫ ਨਹੀਂ ਕਰਦੇ। ਔਰ ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਸੂਲੀ ਚੜ੍ਹਨ ਉੱਤੇ ਵੀ ਮਾਫੀ ਦਾ ਕਰਨਾ ਪੜਿਆ ਸੀ, ਹੇ ਮੇਰੇ ਪਿਤਾ ਮੈਨੂੰ ਮਾਫ, ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ। ਔਰ ਮੇਰੇ ਜਦੋਂ ਉਸ ਤਸਵੀਰ ਨੂੰ ਅਸੀਂ ਦੇਖਣਾ ਕਿ ਪ੍ਰਭੂ ਯਿਸੂ ਮਸੀਹ ਦੇ ਜਿਹਨੇ 39 ਕੋੜਿਆਂ ਦੀ ਮਾਰ ਖਾਧੀ, ਹੱਥਾਂ ਪੈਰਾਂ ਦੇ ਉੱਤੇ ਚੌਕੇ ਹੋਏ ਸੀ, ਔਰ ਸਿਰ ਦੇ ਉੱਤੇ ਬਹੁਤ ਵੱਡਾ ਤਾਜ ਰੱਖਿਆ ਪਿਆ ਸੀ, ਔਰ ਪ੍ਰਭੂ ਯਿਸੂ ਮਸੀਹ ਦੇ ਜਿਸਮ ਦੇ ਉੱਤੇ ਇੰਨੇ ਜ਼ਖਮ ਸੀਗੇ ਕਿ ਜਿਨ੍ਹਾਂ ਨੂੰ ਆਪਾਂ ਗਿਣ ਨਹੀਂ ਸੀ ਸਕਦੇ, ਫਿਰ ਵੀ ਉੱਤੇ ਸੂਲੀ ਚੜਿਆ ਵੀ ਉਹ ਕਹਿੰਦਾ ਕਿ ਹੇ ਮੇਰੇ ਪਿਤਾ ਇਹਨਾਂ ਨੂੰ ਮਾਫ ਕਰ, ਕਿਉਂ ਜੀ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਸੋ ਮੇਰੇ ਜਦੋਂ ਅੱਜ ਅਸੀਂ ਵੀ, ਜੇਕਰ ਸਾਡੇ ਮਨ ਦੇ ਅੰਦਰ ਕੋਈ ਦੂਜਾ ਪਾਪ ਹੈ, ਜੇਕਰ ਸਾਡੇ ਮਨ ਦੇ ਅੰਦਰ ਕੋਈ ਇਹੋ ਜਿਹਾ ਗਿਲਾ, ਸ਼ਿਕਵਾ, ਰੰਜਿਸ਼ ਹੈ ਕਿਸੇ ਦੇ ਲਈ, ਚਾਹੇ ਕਿਸੇ ਨੇ ਸਾਨੂੰ ਕੁਛ ਵੀ ਕਿਹਾ, ਜੇਕਰ ਅਸੀਂ ਉਹਨੂੰ ਮਾਫ ਨਹੀਂ ਕਰਾਂਗੇ ਤਾਂ ਪ੍ਰਭੂ ਯਿਸੂ ਮਸੀਹ ਤੁਹਾਨੂੰ ਮਾਫ ਨਹੀਂ ਕਰੇਗਾ। ਸੋ ਬਹੁਤ ਸਾਰੇ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ, ਦੁਆਵਾਂ ਬਹੁਤ ਕਰਦੇ ਹਨ, ਰੋਜ਼ੇ ਬਹੁਤ ਕਰਦੇ ਹਨ, ਇੱਧਰ ਉੱਧਰ ਵੀ ਬਹੁਤ ਵੱਡੇ ਵੱਡੇ ਬੰਦਿਆਂ ਦੇ ਵਿੱਚ ਵੀ ਜਾਂਦੇ ਹਨ, ਲੇਕਿਨ ਆਪਣੇ ਜ਼ਮੀਰ ਨੂੰ, ਆਪਣੇ ਵਿਵੇਕ ਨੂੰ, ਆਪਣੇ ਅੰਤःਕਰਣ ਨੂੰ ਸ਼ੁੱਧ ਨਹੀਂ ਕਰਦੇ। ਜਦੋਂ ਤੱਕ ਅਸੀਂ ਇਹਨੂੰ ਸ਼ੁੱਧ ਨਹੀਂ ਕਰਾਂਗੇ, ਸਾਡੀ ਦੁਆ ਖੁਦਾ ਦੇ ਹਜ਼ੂਰ ਨਹੀਂ ਪਹੁੰਚੇਗੀ। ਔਰ ਇਹ ਜਿਹੜਾ ਸਾਡਾ ਦੂਜਾ ਪਾਪ ਆ, ਉਹ ਸਾਡੀ ਦੁਆ ਨੂੰ ਰੋਕਦਾ ਹੈ, ਸਾਡੀ ਬਿਮਾਰੀ ਨੂੰ ਰੋਕਦਾ ਹੈ, ਸਾਡੀ ਗਰੀਬੀ ਨੂੰ ਰੋਕਦਾ ਹੈ, ਸਾਨੂੰ ਸਾਡੇ ਇਗਜ਼ਾਮ ਦੇ ਵਿੱਚੋਂ ਪਾਸ ਨਹੀਂ ਹੋਣ ਦਿੰਦਾ, ਸਾਡੀ ਜਿਹੜੀ ਸਾਨੂੰ ਮੰਜ਼ਿਲ ਤੱਕ ਪਹੁੰਚਣ ਨਹੀਂ ਦਿੰਦਾ। ਔਰ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਹਨ ਜਿਹੜੀਆਂ ਕਿ ਸਾਨੂੰ ਜ਼ਰੂਰਤ ਹੈ ਕਿ ਅਸੀਂ ਅੱਜ ਆਪਣੇ ਵਿਵੇਕ ਨੂੰ ਸ਼ੁੱਧ ਅੰਤःਕਰਣ ਦੇ ਨਾਲ ਇਹਨੂੰ ਜਾਂਚੀਏ। ਔਰ ਮੇਰੇ ਵੀਰੋ, ਅੱਜ ਤੁਸੀਂ ਆਪਣੇ ਮਨ ਦੇ ਅੰਦਰ ਇੱਥੇ ਬੈਠੇ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਕਿ ਆ ਪ੍ਰਭੂ, ਜੋ ਵੀ ਮੇਰੇ ਕੋਲੋਂ ਪਿਛਲੇ ਦਿਨਾਂ ਦੇ ਵਿੱਚ ਗੁਨਾਹ ਗਲਤੀ ਹੋਈ ਹੈ, ਕਿਸੇ ਨੂੰ ਮੈਂ ਕੁਛ ਕਿਹਾ ਹੈ, ਪ੍ਰਭੂ ਮੈਨੂੰ ਮਾਫ ਕਰ। ਔਰ ਜੇਕਰ ਮੇਰੇ ਮਨ ਦੇ ਅੰਦਰ ਕਿਸੇ ਨੇ ਕੋਈ ਗਿਲਾ, ਸ਼ਿਕਵਾ, ਰੰਜਿਸ਼ ਹੈ ਤਾਂ ਮੈਨੂੰ ਵੀ ਮਾਫ ਕਰ। ਫਿਰ ਤੁਹਾਡੇ ਗੁਨਾਹਾਂ ਨੂੰ ਤੁਹਾਡੇ ਮਾਫ ਕਰੂਗਾ। ਔਰ ਫਿਰ ਮੈਂ ਚਾਹੂੰਗਾ ਕਿ दूसरा इतिहास 7:14 पढ़िए। दूसरा इतिहास 7:14 ये मेरे ख्याल ਦੇ ਵਿੱਚ ਦੇਖੋ ਲੇਕਿਨ ਖੁਦਾ ਦੀ ਆਤਮਾ ਨੇ ਅਤੇ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੇ ਖਵਾਉਂਦੀ ਹੈ, ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੇ ਖਵਾਉਂਦੀ ਹੈ, ਅਧੀਨ ਹੋ ਕੇ ਪ੍ਰਾਰਥਨਾ ਕਰੇ, ਅਧੀਨ ਹੋ ਕੇ ਪ੍ਰਾਰਥਨਾ ਕਰੇ ਔਰ ਆਪਣੇ ਆਪ ਦੀ ਜਾਂਚ ਕਰੇ ਅਤੇ ਮੇਰੇ ਦਰਸ਼ਨ ਦੀ ਚਾਹਵੰਦ ਹੋਵੇ, ਮੇਰੇ ਦਰਸ਼ਨ ਦੀ ਚਾਹਵੰਦ ਹੋਵੇ। ਪਰ ਬੰਦੇ ਉਹਨੂੰ ਦੇਖਣਾ ਹੈ ਕਿ ਦਰਸ਼ਨ ਦੀ ਤਾਂ ਚਾਹਵੰਦ ਹੋਣਾ, ਦਰਸ਼ਨ ਤਾਂ ਹੋਣਾ ਹੈ ਜੇਕਰ ਉਹਦੇ ਅੰਦਰੋਂ ਦੂਜਾ ਪਾਪ ਜਿਹੜਾ ਉਹਨੇ ਕਰ ਦਿੱਤਾ ਹੈ। ਹਾਂਜੀ, ਅਤੇ ਆਪਣੇ ਭੈੜੇ ਰਾਹ ਤੋਂ ਮੁੜੇ, ਆਪਣੇ ਭੈੜੇ ਰਾਹਾਂ ਤੋਂ ਮੁੜੇ ਤਾਂ ਮੈਂ ਸੁਰਗ ਤੋਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ, ਮੈਂ ਸਵਰਗ ਤੋਂ ਸੁਣ ਕੇ ਉਹਨਾਂ ਦੇ ਦੂਜੇ ਪਾਪਾਂ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ, ਉਹਨਾਂ ਦੇ ਦੇਸ਼ ਨੂੰ ਔਰ ਉਹਨਾਂ ਦੇ ਘਰਾਂ ਨੂੰ ਬਹਾਲ ਕਰ ਦਿਆਂਗੇ। ਔਰ ਕਿਤੇ ਕਿਤੇ ਪੰਜਾਬੀ ਦੀ ਬਾਣੀ ਤੋਂ ਲਿਖਿਆ ਪਿਆ ਕਿ ਮੈਂ ਤੁਹਾਡੇ ਨਸੀਬਾਂ ਨੂੰ ਬਹਾਲ ਕਰਾਂਗਾ। ਔਰ ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਸਾਡੇ ਨਸੀਬਾਂ ਨੂੰ ਬਹਾਲ ਕਰ ਦਊਗਾ ਤੇ ਕੌਣ ਸਾਡੇ ਦੁੱਖ ਨੂੰ, ਸੰਕਟ ਨੂੰ, ਬਿਮਾਰੀ ਨੂੰ, ਗਰੀਬੀ ਨੂੰ, ਕਰਜ਼ਿਆਂ ਨੂੰ ਕੋਈ ਰੋਕ ਸਕਦਾ ਹੈ? ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਜੇਕਰ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਔਰ ਮੇਰੇ ਜਦੋਂ ਜਦ ਯਹੋਵਾ ਪਰਮੇਸ਼ਰ ਸਾਡੀ ਵੱਲ ਆ, ਪ੍ਰਭੂ ਯਿਸੂ ਮਸੀਹ ਸਾਡੀ ਵੱਲ ਆ, ਤਾਂ ਸਾਡਾ ਵਿਰੋਧੀ ਕੌਣ?
ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਤੇ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲੀਆਂ ਰਹਿਣਗੀਆਂ ਉਸ ਉੱਤੇ ਮੇਰੀਆਂ ਅੱਖਾਂ ਖੁੱਲੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ। ਮੇਰੇ ਕੰਨ ਲੱਗੇ ਰਹਿਣਗੇ। ਮੇਰੇ ਜਦੋਂ ਛੋਟੀ ਛੋਟੀ ਦੁਆ ਆਪਣੇ ਮਨ ਦੇ ਅੰਦਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਮੋਰੇ ਤੌਬਾ ਕਰਨ ਦੀ ਲੋੜ ਨਹੀਂ। ਅੱਜ ਇੱਥੇ ਬੈਠ ਕੇ ਆਪਣੇ ਮਨ ਦੇ ਅੰਦਰ ਪ੍ਰਭੂ ਦੇ ਅੱਗੇ 2 ਮਿੰਟ ਲਈ ਆਪਾਂ ਪ੍ਰਾਰਥਨਾ ਕਰਾਂਗੇ ਕਿ ਇਹ ਖੁਦਾ ਸਾਡੇ ਦੇ ਪਾਪਾਂ ਨੂੰ ਸਾਨੂੰ ਮਾਫ ਕਰ ਦੇ। ਖੁਦਾ ਦਾ ਬਚਨ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੇ ਆਸ਼ੀਸ਼ ਦੇ ਸਕਦਾ